दास जसविंदर सिंह कानपुरी ਵੱਲੋਂ ਆਪ ਸਭ ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਧੰਨ ਧੰਨ ਭਗਤ ਕਬੀਰ ਜੀ ਦੀ ਉਚਾਰਨ ਕੀਤੀ ਹੋਈ ਇਸ ਪੰਕਤੀ ਦੀ, ਜਿਸ ਵਿੱਚ ਉਹ ਫਰਮਾਉਂਦੇ ਹਨ, ਛਾੜ ਕੁ ਚਰਚਾ ਆਨ ਨਾ ਜਾਣੈ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੈ। ਇਸ ਵਿੱਚ ਦੋ ਗੱਲਾਂ ਕੀਤੀਆਂ ਹਨ ਭਗਤ ਜੀ ਨੇ। ਇੱਕ ਤਾਂ ਹੈ ਕੁਚਰਚਾ ਅਤੇ ਦੂਸਰੀ ਹੈ ਕਹਿਣਾ ਨਾ ਮੰਨਣਾ। ਅਤੇ ਅਸੀਂ ਕਹਿਣਾ ਨਾ ਮੰਨਣਾ ਇਸ ਦੇ ਉੱਤੇ ਵਿਚਾਰ ਸਾਂਝੀ ਕਰਾਂਗੇ, ਸਮਝਾਂਗੇ। ਵਿਚਾਰ ਦੀ ਆਰੰਭਤਾ ਅਸੀਂ ਇਸ ਘਟਨਾ ਤੋਂ ਕਰਦੇ ਹਾਂ। ਕਹਿੰਦੇ ਹਨ ਸੜਕ ਦੇ ਉੱਤੇ ਦੋ ਬੰਦੇ ਖੜ੍ਹੇ ਸਨ ਅਤੇ ਖਲੋਤੇ ਆਪਸ ਵਿੱਚ ਉਹਨਾਂ ਦੀ ਇੱਕ ਵਿਚਾਰ ਚਰਚਾ ਚੱਲ ਰਹੀ ਸੀ। ਇੱਕ ਵਿਸ਼ੇ 'ਤੇ ਬਹਿਸ ਸੀ। ਬਹਿਸ ਇਹ ਸੀ ਕਿ ਇੱਕ ਬੰਦਾ ਕਹਿ ਰਿਹਾ ਸੀ ਕਿ ਦੁੱਧ ਦਾ ਰੰਗ ਚਿੱਟਾ ਹੁੰਦਾ ਹੈ, ਪਰ ਦੂਜਾ ਬੰਦਾ ਜਿਹੜਾ ਸਾਹਮਣੇ ਵਾਲਾ ਸੀ ਉਹ ਕਹਿੰਦਾ ਸੀ ਨਹੀਂ, ਦੁੱਧ ਜਿਹੜਾ ਹੈ, ਮਿਲਕ ਜਿਹੜਾ ਉਹ ਕਾਲਾ ਬਲੈਕ ਹੁੰਦਾ ਹੈ। ਹੁਣ ਜੋ ਬੰਦਾ ਕਹਿ ਰਿਹਾ ਸੀ ਕਿ ਦੁੱਧ ਚਿੱਟਾ ਹੁੰਦਾ, ਸਫੇਦ ਹੁੰਦਾ, ਉਹ ਕੌਨਫੀਡੈਂਟ ਸੀ, ਬਚਪਨ ਤੋਂ ਪੜ੍ਹਿਆ ਹੈ, ਦੇਖਿਆ ਹੈ, ਘਰ ਉਹਨੇ ਵੀ ਦੁੱਧ ਦੇਖਿਆ, ਹਰ ਜਗ੍ਹਾ ਦੁੱਧ ਜਾ ਕੇ ਦੇਖਿਆ, ਉਹ ਕੌਨਫੀਡੈਂਟ ਸੀ, ਪੱਕਾ ਸੀ। ਪਰ ਉਹ ਸਾਹਮਣੇ ਵਾਲਾ ਬੰਦਾ ਜਿਹੜਾ ਸੀ ਨਾ, ਉਹ ਮੰਨ ਨਹੀਂ ਸੀ ਰਿਹਾ। ਉਹ ਕਹਿੰਦਾ ਨਹੀਂ, ਮੈਂ ਕਹਿੰਦਾ ਦੁੱਧ ਕਾਲਾ ਹੁੰਦਾ। ਅਤੇ ਜੋ ਬੰਦਾ ਕਹਿ ਰਿਹਾ ਸੀ ਕਿ ਦੁੱਧ ਸਫੇਦ ਹੁੰਦਾ, ਉਹ ਕਹਿੰਦਾ ਚੱਲ ਨਾ ਤੇਰੀ ਨਾ ਮੇਰੀ, ਇਹ ਰਸਤੇ 'ਤੇ ਅਸੀਂ ਖਲੋਤੇ ਹਾਂ ਅਤੇ ਜੋ ਵੀ ਰਾਹਗੀਰ, ਮੁਸਾਫਰ, ਯਾਤਰੀ ਜਾ ਰਹੇ ਹਨ, ਇਹਨਾਂ ਕੋਲ ਪੁੱਛ ਲੈਂਦੇ ਹਾਂ। 1 2 3 4 ਇਵੇਂ ਕਰਦੇ ਕਰਦੇ 20 ਬੰਦਿਆਂ ਤੋਂ ਪੁੱਛਿਆ ਗਿਆ ਅਤੇ 20 ਬੰਦਿਆਂ ਨੇ ਇੱਕ ਹੀ ਜਵਾਬ ਦਿੱਤਾ। ਜਵਾਬ ਤਾਂ ਇਹੀ ਆਉਣਾ ਸੀ ਨਾ ਕਿ ਮਿਲਕ ਦਾ ਕਲਰ ਵਾਈਟ ਹੁੰਦਾ ਹੈ, ਦੁੱਧ ਚਿੱਟਾ ਹੁੰਦਾ ਹੈ। 20 ਬੰਦਿਆਂ ਨੇ ਕਹਿ ਦਿੱਤਾ ਦੁੱਧ ਦਾ ਰੰਗ ਚਿੱਟਾ ਹੁੰਦਾ। ਹੁਣ ਉਹ ਪਹਿਲੇ ਵਾਲਾ ਬੰਦਾ ਜੋ ਕਹਿ ਰਿਹਾ ਸੀ ਕਿ ਚਿੱਟਾ ਹੁੰਦਾ, ਉਹ ਕਹਿੰਦਾ ਸਾਹਮਣੇ ਵਾਲੇ ਨੂੰ ਕਿ ਹੁਣ ਭਰਾਵਾ ਮੰਨਦਾ ਕਿ ਦੁੱਧ ਦਾ ਰੰਗ ਚਿੱਟਾ ਹੁੰਦਾ। ਦੇਖ ਹੁਣ 20 ਬੰਦਿਆਂ ਨੇ ਕਹਿ ਦਿੱਤਾ, ਔਰ ਇਹ 20 ਬੰਦੇ ਕੋਈ ਮੇਰੇ ਰਿਸ਼ਤੇਦਾਰ ਨਹੀਂ ਸੀ ਜੋ ਮੇਰਾ ਪੱਖ ਪੂਰਨ। ਇਹ ਸਾਰੇ ਅਣਜਾਣ ਸਨ, ਅਨਨੋਨ ਸਨ। ਮੈਂ ਕਿਸੇ ਨੂੰ ਵੀ ਨਹੀਂ ਜਾਣਦਾ, ਨਾ ਤੇਰੇ ਸਨ ਨਾ ਮੇਰੇ ਸਨ। ਉਹਨਾਂ 20 ਨੇ ਔਰ 21ਵਾਂ ਮੈਂ, ਅਸੀਂ ਸਾਰੇ ਕਹਿ ਰਹੇ ਹਾਂ ਦੁੱਧ ਦਾ ਰੰਗ ਚਿੱਟਾ ਹੁੰਦਾ। ਅਤੇ ਪਤਾ ਉਹ ਸਾਹਮਣੇ ਵਾਲਾ ਦੂਜਾ ਬੰਦਾ ਕੀ ਕਹਿੰਦਾ? ਕਹਿੰਦਾ 20 ਕਹਿਣ, 20,000 ਕਹਿਣ ਜਾਂ 20 ਲੱਖ ਕਹਿਣ, ਦੁੱਧ ਦਾ ਰੰਗ ਜਦ ਤੱਕ ਮੈਂ ਨਹੀਂ ਮੰਨਦਾ ਤਾਂ ਤੱਕ ਦੁੱਧ ਦਾ ਰੰਗ ਕਾਲਾ ਹੀ ਰਹੇਗਾ। ਮੈਂ ਤਾਂ ਨਹੀਂ ਮੰਨਦਾ, 20 ਬੰਦੇ ਮੰਨਦੇ ਹੋਣਗੇ, ਮੰਨਦੇ ਰਹਿਣ, ਮੈਂ ਨਹੀਂ ਮੰਨਦਾ। ਸੋ ਇਸ ਤਰ੍ਹਾਂ ਕਈ ਬੰਦਿਆਂ ਦੀ ਜ਼ਿੱਦ ਹੁੰਦੀ ਹੈ, ਅਹੰਕਾਰ ਹੁੰਦਾ ਹੈ। ਉਹ ਸੱਚ ਨੂੰ ਦੇਖਦੇ ਰਹੇ ਹਨ, ਜਾਣਦੇ ਤੇ ਹਨ, ਮੰਨਦੇ ਨਹੀਂ। ਕਿਉਂ? ਮੰਨਣਾ ਨਹੀਂ ਚਾਹੁੰਦੇ। ਅਤੇ ਐਸੇ ਬੰਦਿਆਂ ਨੂੰ ਆ ਕੇ ਕੋਈ ਵੀ ਸਮਝਾਉਣ ਦੀ ਕੋਸ਼ਿਸ਼ ਕਰੇ। ਭਗਤ ਜੀ ਕਹਿੰਦੇ ਨੇ ਬ੍ਰਹਮਾ ਹੂੰ ਕੋ ਕਹਿਓ ਨਾ ਮਾਨੈ। ਉਹ ਆਮ ਸਾਡੇ ਤੁਹਾਡੇ ਕਿਸੇ ਔਰ ਦੀ ਗੱਲ ਕੀ ਮੰਨਣਗੇ? ਅਗਰ ਬ੍ਰਹਮਾ ਜੀ ਵਰਗੇ ਵੀ ਆ ਕੇ ਸਮਝਾਉਣ, ਕਿਉਂਕਿ ਬ੍ਰਹਮਾ ਜੀ ਨੂੰ ਸਭ ਤੋਂ ਸਿਆਣਾ ਵਿਦਵਾਨ ਸਮਝਿਆ ਜਾਂਦਾ ਹੈ, ਅਤੇ ਅਗਰ ਬ੍ਰਹਮਾ ਜੀ ਵੀ ਆ ਕੇ ਸਮਝਾਉਣ, ਉਹ ਨਹੀਂ ਮੰਨਣਗੇ। ਫਾਰਸੀ ਦੀ ਵੀ ਕਹਾਵਤ ਹੈ, ਜ਼ਮੀਨ ਜ਼ੁੰਬਦ ਫਲਕ ਜ਼ੁੰਬਦ ਨਾ ਜ਼ੁੰਬਦ ਗੁਲ ਮੁਹੰਮਦ। ਜ਼ਮੀਨ ਹਿਲ ਸਕਦੀ ਹੈ, ਸਰਕ ਸਕਦੀ ਹੈ, ਆਸਮਾਨ ਵੀ ਆਪਣੀ ਜਗ੍ਹਾ ਤੋਂ ਹਟ ਸਕਦਾ ਹੈ, ਪਰ ਗੁਲ ਮੁਹੰਮਦ ਨਹੀਂ ਹਟਣ ਵਾਲਾ। ਕਿਉਂ? ਕਿਉਂਕਿ ਉਹ ਆਪਣੀ ਗੱਲ 'ਤੇ ਪੱਕਾ ਹੈ, ਮਤਲਬ ਮੰਨਣਾ ਨਹੀਂ। ਜ਼ਮੀਨ ਭਾਵੇਂ ਹਿਲ ਜਾਏ, ਆਸਮਾਨ ਫਟ ਜਾਏ, ਹਟ ਜਾਏ, ਘਟ ਜਾਏ, ਪਰ ਅਸੀਂ ਨਹੀਂ ਪਿੱਛੇ ਹਟਣਾ। ਅਸੀਂ ਆਪਣੀ ਗੱਲ ਨੂੰ ਪੱਕੇ ਰੱਖਣਾ ਹੈ, ਪਰ ਗੁਲ ਮੁਹੰਮਦ ਪਿੱਛੇ ਆਉਣ ਵਾਲਾ ਨਹੀਂ। ਅੰਗਰੇਜ਼ੀ 'ਚ ਕਹਿੰਦੇ ਨੇ ਬੋ ਟੂ ਸਮਬਾਡੀਜ਼ ਵਨ ਓਪੀਨੀਅਨ। ਕਿਸੇ ਦੀ ਗੱਲ 'ਤੇ ਮੰਨ ਲੈ, ਇਸ ਦੀ ਨਹੀਂ ਮੰਨਦਾ, ਉਸ ਦੀ ਨਹੀਂ ਮੰਨਦਾ, ਚਲੋ ਪਹਿਲੇ ਦੀ ਨਹੀਂ ਮੰਨੀ, 5 ਨੇ ਕਿਹਾ, 10 ਨੇ ਕਿਹਾ, 20 ਨੇ ਕਿਹਾ, ਔਰ ਇਹ ਤਾਂ ਫੈਕਟ ਹੈ, ਇਹ ਤਾਂ ਤੱਥ ਹੈ। ਅਤੇ ਬੰਦਾ ਤੱਥਾਂ ਤੋਂ ਵੀ ਮੁਨਕਰ ਹੋ ਜਾਂਦਾ ਹੈ, ਮੰਨਦਾ ਨਹੀਂ ਹੈ। ਬੰਦਾ ਕਹਿੰਦਾ ਮੈਂ ਨਹੀਂ ਮੰਨਣਾ। ਕਿਉਂ? ਕਿਉਂਕਿ ਮੰਨਣਾ ਚਾਹੁੰਦਾ ਨਹੀਂ ਹੈ। ਮੈਂ ਨਹੀਂ ਮੰਨਦਾ, ਸਾਡੀ ਮੈਂ ਨਹੀਂ ਮੰਨਦੀ। ਸਤਿਗੁਰਾਂ ਦੇ ਬਚਨ ਹਨ, ਚਾਰ ਪੁਕਾਰੈ ਨਾ ਤੂੰ ਮਾਨੈ, ਖਟ ਪੀ ਏਕਾ ਬਾਤ ਵਖਾਨੈ, 10 ਅਸ਼ਟੀ ਮਿਲ ਏਕੋ ਕਹਿਆ, ਤਾਂ ਭੀ ਜੋਗੀ ਭੇਦ ਨਾ ਲਹਿਆ। 4 ਵੇਦ ਇੱਕ ਗੱਲ ਕਹਿ ਰਹੇ ਹਨ। ਚਾਰ ਪੁਕਾਰੈ ਨਾ ਤੂੰ ਮਾਨੈ, ਤੂੰ ਉਹਨਾਂ ਦੀ ਵੀ ਨਹੀਂ ਮੰਨਦਾ। ਖਟ ਪੀ ਏਕਾ ਬਾਤ ਵਖਾਨੈ, ਖਟ ਮਤਲਬ 6 ਸ਼ਾਸਤਰਾਂ ਦੀ ਗਿਣਤੀ 6 ਹੈ। 6 ਸ਼ਾਸਤਰ ਕਹਿ ਰਹੇ ਨੇ, ਤੂੰ ਉਹਨਾਂ ਦੀ ਗੱਲ ਵੀ ਨਹੀਂ ਮੰਨਦਾ। 10 ਅਸ਼ਟੀ ਮਿਲ ਏਕੋ ਕਹਿਆ, 10 ਤੇ 8 18 ਪੁਰਾਣ ਕਹਿ ਰਹੇ ਨੇ, ਤੂੰ ਉਹਨਾਂ ਦੀ ਗੱਲ ਵੀ ਨਹੀਂ ਮੰਨਦਾ। ਤਾਂ ਵੀ ਜੋਗੀ ਭੇਦ ਨਾ ਲਿਆ, ਤਾਂ ਵੀ ਜੋਗੀ ਨੇ ਭੇਦ ਨਹੀਂ ਲਿਆ। ਇਤਨੇ ਸਾਰੇ ਗ੍ਰੰਥ ਕਹਿ ਰਹੇ ਹਨ। ਭਗਤ ਕਬੀਰ ਜੀ ਫਰਮਾਉਂਦੇ ਹਨ, ਨਾਰਦ ਬਚਨ ਬਿਆਸ ਕਹਿਤ ਹੈ, ਸੁਖ ਕੋ ਪੁੱਛੋ ਜਾਈ। ਕਬੀਰ ਜੀ ਕਹਿੰਦੇ ਨੇ ਚੱਲ ਮੇਰੀ ਗੱਲ 'ਤੇ ਤੈਨੂੰ ਯਕੀਨ ਨਹੀਂ, ਤੂੰ ਨਾਰਦ ਜੀ ਨੂੰ ਪੁੱਛ ਲੈ, ਮਹਾਰਿਸ਼ੀ ਵੇਦ ਵਿਆਸ ਜੀ ਨੂੰ ਪੁੱਛ ਲੈ, ਸੁਖਦੇਵ ਮੁਨੀ ਜੀ ਨੂੰ ਪੁੱਛ ਲੈ।
ਉਹ ਵੀ ਇੱਕ ਹੀ ਗੱਲ ਕਹਿ ਰਹੇ ਹਨ, ਕਹਿ ਕਬੀਰ ਰਾਮੈ ਰਮ ਛੂਟੋ, ਨਾਹੀਂ ਤਾਂ ਬੁੱਢੇ ਭਾਈ। ਸੱਚ ਵਿੱਚ ਰਮ ਜਾਓਗੇ, ਜੁੜ ਜਾਓਗੇ, ਮੰਨ ਲੋਗੇ ਤੇ ਭਰਾਵੋ ਬਚ ਜਾਓਗੇ, ਨਹੀਂ ਤੇ ਡੁੱਬਣਾ ਹੀ ਡੁੱਬਣਾ ਹੈ। ਤੂੰ ਕਿਸੇ ਦੀ ਤੇ ਗੱਲ ਮੰਨ ਲੈ, ਟੇਕ ਸਮਵਨ ਫੋਰ ਗ੍ਰਾਂਟਿਡ, ਕਿਸੇ ਇੱਕ ਦੀ ਤੇ ਗੱਲ ਮੰਨ ਲੈ, ਪਰ ਬੰਦੇ ਦੀ ਮੈਂ ਨਹੀਂ ਮੰਨਦੀ। ਤੇ ਉਹ ਮੈਂ ਨਾ ਮਾਨੂੰ ਵਾਲੀ ਗੱਲ, ਤੇ ਇਹ ਇਸ ਦੇ ਪਿੱਛੇ ਛੁਪਿਆ ਕੀ ਹੁੰਦਾ? ਅਹੰਕਾਰ। ਅਹੰਕਾਰ ਇਹ ਕਹਿੰਦਾ ਹੈ ਕਿ ਅਸੀਂ ਸਹੀ ਹਾਂ, ਅਸੀਂ ਗਲਤ ਹੋ ਕੇ ਵੀ ਸਹੀ ਹਾਂ, ਤੇ ਅਹੰਕਾਰ ਇਹੀ ਕਹਿੰਦਾ। ਤੇ ਦੂਸਰਾ ਸਹੀ ਹੋ ਕੇ ਵੀ ਗਲਤ ਹੈ। ਅਹੰਕਾਰ ਕਦੇ ਆਪਣੇ ਆਪ ਨੂੰ ਗਲਤ ਨਹੀਂ ਕਹੇਗਾ, ਕਿਉਂਕਿ ਮਿਟਣਾ ਪਏਗਾ। ਤੇ ਗੁਰੂ ਸਾਹਿਬ ਕਹਿੰਦੇ ਹਨ, ਭਗਤ ਕਬੀਰ ਜੀ ਕਹਿੰਦੇ ਹਨ ਕਿ ਸੱਚ ਦੀ ਗੱਲ ਨੂੰ ਮੰਨ ਲੈਣਾ ਚਾਹੀਦਾ ਹੈ। ਬ੍ਰਹਮਾ ਹੂ ਕੋ ਕਹਿਓ ਨਾ ਮਾਨੇ ਵਿੱਚ ਨਹੀਂ ਸਾਨੂੰ ਆਉਣਾ ਚਾਹੀਦਾ ਕਿ ਅਸੀਂ ਕਿਸੇ ਦੀ ਨਹੀਂ ਮੰਨਾਂਗੇ। ਕਿਸੇ ਦੀ ਗੱਲ ਤੇ ਸਾਨੂੰ ਮੰਨ ਲੈਣੀ ਚਾਹੀਦੀ ਹੈ, ਕਿਉਂਕਿ ਗੱਲ ਵਿੱਚ ਦਮ ਹੈ, ਗੱਲ ਸੱਚ ਹੈ। ਗੁਰੂ ਸਾਹਿਬ ਨੇ ਬਾਣੀ 'ਚ ਫਰਮਾਇਆ ਕਿ ਸਮਝ ਲਓ, ਮੰਨ ਲਓ। ਇਸ ਦੇ ਉੱਤੇ 2 ਪੰਕਤੀਆਂ 10 ਮੈਂ ਵੀ ਲਿਖੀਆਂ ਸਨ कि चलो दोनों में से एक बात तो मान लो, चलो दोनों में से एक बात तो मान लो, या तो सच को जान लो या झूठ को पहचान लो। इधर नो द ट्रुथ और रैकोगनाइज द लाई, या तो सच ਨੂੰ ਜਾਣ ਲੈ ਜਾਂ ਝੂਠ ਨੂੰ ਪਹਿਚਾਨ ਲੈ। ਗੱਲ ਤਾਂ ਇੱਕ ਹੀ ਹੈ, ਤੇ ਜਾਣ ਲੈ, ਮੰਨ ਲੈ। ਮੰਨਣ ਦੇ ਕਈ ਅਰਥ ਹੁੰਦੇ ਹਨ, ਜਿਨ੍ਹਾਂ ਵਿੱਚ 2 ਅਰਥ ਤੇ ਇਹ ਹਨ। ਇੱਕ ਤੇ ਹੈ ਮੰਨ ਲੈਣਾ, ਅਗਰੀ ਕਰਨਾ, ਮਤਲਬ ਸਹਿਮਤੀ ਕਿ ਇਹ ਗੱਲ ਸਹੀ ਹੈ, ਮੈਂ ਮੰਨਦਾ ਇਹ ਸਹੀ ਹੈ। ਇਸ ਨੂੰ ਕਹਿੰਦੇ ਹਨ ਮੰਨ ਲੈਣਾ, ਕਿ ਹਾਂ ਸਹੀ ਹੈ। ਗੁਰੂ ਸਾਹਿਬ ਦੇ ਬਚਨ ਹਨ, ਨਾਨਕ ਸਾਚੇ ਕੋ ਸੱਚ ਜਾਣ, ਸਾਚੇ ਕਹੋ ਸੱਚ ਜਾਣ, ਨੋ ਦਾ ਟਰੂ ਲੋਰਡ ਐਜ਼ ਟਰੂ। ਸੱਚ ਨੂੰ ਸੱਚ ਸਮਝ, ਮੰਨ ਲੈ, ਅਗਰੀ ਕਰਦਾ, ਸਹਿਮਤ ਹੈ। ਇਹ ਤੇ ਹੋ ਗਿਆ ਮੰਨ ਲੈਣਾ ਕਿ ਸੱਚ ਨੂੰ ਸੱਚ ਸਮਝਿਆ। ਦੂਸਰਾ ਮੰਨ ਲੈਣ ਦਾ ਮਤਲਬ ਹੁੰਦਾ ਹੈ ਆਪਣੇ ਉੱਤੇ ਅਪਲਾਈ ਕਰਨਾ, ਇੰਪਲੀਮੈਂਟ ਕਰਨਾ, ਉਸ ਨੂੰ ਅਮਲੀ ਜੀਵਨ ਵਿੱਚ ਲਿਆਉਣਾ, ਮਤਲਬ ਉਸ ਗੱਲ ਨੂੰ ਧਾਰਨ ਕਰ ਲੈਣਾ। ਸੁਹਬ ਤਾਂ ਸੁਹਾਗਣੀ ਜਾਂ ਮੰਨ ਲੈ ਸੱਚ ਨਾਉ। ਤੂੰ ਤਾਂ ਸੁਹਾਗਣੀ ਹੋ ਸਕਦੀ ਹੈ ਜੇ ਤੂੰ ਰੱਬ ਦੇ ਨਾਮ ਨੂੰ ਮੰਨ ਲੈ, ਉਸ ਨੂੰ ਧਾਰਨ ਕਰ ਲੈ। ਫਿਰ ਸੱਚ ਖਾਣਾ, ਸੱਚ ਪਹਿਨਣਾ, ਸੱਚੇ ਹੀ ਵਿਸ਼ਵਾਸ, ਜਾਂ ਸੱਚ ਖਾਣਾ, ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ, ਸੱਚ ਨੂੰ ਹੀ ਟੇਕ ਬਣਾ ਲਿਆ ਜਾਏ। ਮਨਮੁਖ ਸੱਚ ਨਾ ਜਾਣਨੀ, ਜਾਂ ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਉਹਨਾਂ ਨੇ ਤਾਂ ਸੱਚ ਨੂੰ ਜਾਣਿਆ ਹੀ ਨਹੀਂ, ਮੰਨਿਆ ਹੀ ਨਹੀਂ। ਸੋ ਕਿਸੇ ਚੀਜ਼ ਨੂੰ ਵੀ ਅਗਰ ਅਸੀਂ ਅਪਲਾਈ ਕਰਨਾ ਹੈ, ਆਪਣੇ ਉੱਤੇ ਧਾਰਨ ਕਰਨਾ ਹੈ, ਤਾਂ ਪਹਿਲੇ ਸਾਨੂੰ ਸਹਿਮਤੀ ਦਿਖਾਉਣੀ ਪਏਗੀ। ਪਹਿਲੇ ਅਸੀਂ ਮੰਨਦੇ ਹਾਂ, ਫਿਰ ਦੂਸਰਾ ਸਟੈਪ ਹੋਏਗਾ ਉਸ ਨੂੰ ਅਸੀਂ ਆਪਣੇ ਜੀਵਨ ਵਿੱਚ, ਕਰਮਾਂ ਵਿੱਚ ਮੰਨਦੇ ਹਾਂ। ਜਿਵੇਂ ਪੱਕੇ ਹੋਏ ਟਮਾਟਰਾਂ ਦਾ ਰੰਗ ਲਾਲ ਹੁੰਦਾ ਹੈ, ਰੈੱਡ ਹੁੰਦਾ ਹੈ, ਅਤੇ ਇੱਕ ਬੰਦੇ ਨੂੰ ਕਿਹਾ ਜੇ ਤੂੰ ਮੰਨਦਾ, ਉਹ ਕਹੇਗਾ ਹਾਂ ਜੀ ਮੈਂ ਮੰਨਦਾ, ਅਤੇ ਇਹ ਹੋ ਗਈ ਗੱਲ ਮੰਨ ਲਈ ਗਈ ਕਿ ਟਮਾਟਰਾਂ ਦਾ ਰੰਗ ਲਾਲ ਹੁੰਦਾ ਹੈ। ਫਿਰ ਦੂਸਰਾ ਸਟੈਪ ਇਹ ਆਉਂਦਾ ਹੈ, ਅਤੇ ਫਿਰ ਟਮਾਟਰ ਖਾਇਆ ਕਰ ਐਜ਼ ਏ ਸੈਲਡ, ਟੋਮੈਟੋ ਇਨਟੇਕ ਵਧਾ, ਤੇਰੇ ਅੰਦਰ ਲਾਈਕੋਪੀਨ ਵੀ ਵੱਧ ਜਾਏਗਾ। ਦੋਨੋਂ ਗੱਲਾਂ ਹੋ ਗਈਆਂ ਕਿ ਪੱਕੇ ਹੋਏ ਟਮਾਟਰਾਂ ਦਾ ਰੰਗ ਲਾਲ ਹੁੰਦਾ ਹੈ, ਅਤੇ ਫਿਰ ਖਾਇਆ ਕਰ। ਇਵੇਂ ਹੀ ਸੱਚ ਨੂੰ ਸੱਚ ਸਮਝ ਲਿਆ ਨਾ, ਅਤੇ ਸੱਚ ਨੂੰ ਫਿਰ ਜੀਵਨ ਵਿੱਚ ਧਾਰਨ ਕਰ ਲੈ, ਮੰਨ ਲੈ। ਦੇਖੋ ਗੁਰੂ ਪਾਤਸ਼ਾਹ ਜੀ ਕਿਤਨੇ ਪਿਆਰ ਨਾਲ ਸਮਝਾਉਂਦੇ ਹਨ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਔਸਰ ਬੀਤਿਓ ਜਾਤ ਹੈ, ਕਹਿਓ ਮੰਨ ਲੈ ਮੇਰੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਹਨ, ਐ ਮੇਰੇ ਮਨਾ ਰੱਬ ਦਾ ਜਸ ਗਾਇਆ ਕਰ, ਇਹ ਤੇਰਾ ਸੰਗੀ ਹੈ। ਦਿਸ ਇਜ਼ ਯੋਰ ਓਨਲੀ ਟਰੂ ਕੰਪੈਨੀਅਨ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਔਸਰ ਬੀਤਿਓ ਜਾਤ ਹੈ, ਯੋਰ ਟਾਈਮ ਇਜ਼ ਪਾਸਿੰਗ ਅਵੇ, ਤੇਰਾ ਸਮਾਂ ਲੰਘਦਾ ਜਾ ਰਿਹਾ ਹੈ। ਔਸਰ ਬੀਤਿਓ ਜਾਤ ਹੈ, ਕਹਿਓ ਮੰਨ ਲੈ ਮੇਰੋ, ਮੇਰਾ ਕਹਿਣਾ ਮੇਰੇ ਮਨਾ ਮੰਨ ਲੈ, ਮੰਨਣ ਵਾਲੀ ਚੀਜ਼ ਹੈ। ਭੱਟ ਗੈਂਦ ਜੀ ਵੀ ਲਿਖਦੇ ਹਨ, ਉਹ ਕਹਿੰਦੇ ਹਨ, ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤ ਜੀਓ, ਗੁਰ ਕਹਿਆ ਮਾਨ ਨਿਜ ਨਿਧਾਨ, ਸੱਚ ਜਾਨ ਮੰਤਰ ਇਹ ਹੈ, ਨਿਸਬਾਸੁਰ ਹੋਏ ਕਲਿਆਣ, ਲਹਿ ਪਰਮ ਗਤ ਜੀਓ। ਗੁਰੂ ਦਾ ਕਹਿਣਾ ਮੰਨ ਲੈ, ਗੁਰੂ ਸੱਤ ਹੈ, ਗੁਰੂ ਦੀ ਗੱਲ ਵੀ ਸੱਤ ਹੈ। ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤ ਜੀਓ, ਅਤੇ ਗੁਰ ਕਹਿਆ ਮਾਨ ਨਿਜ ਨਿਧਾਨ, ਇਹ ਨਿੱਜੀ ਨਿਧਾਨ ਇੱਕ ਤੈਨੂੰ ਮਿਲ ਜਾਏਗਾ। ਗੁਰ ਕਹਿਆ ਮਾਨ ਨਿਜ ਨਿਧਾਨ, ਸੱਚ ਜਾਨ, ਸੱਚ ਜਾਣੀ ਇਸ ਗੱਲ ਨੂੰ, ਮੰਤਰ ਇਹ ਹੈ, ਇਸ ਮੰਤਰ ਨੂੰ, ਸਲਾਹ ਨੂੰ ਸੱਚ ਜਾਣੀ। ਨਿਸਬਾਸੁਰ ਹੋਏ ਕਲਿਆਣ, ਜੇ ਧਾਰਨ ਕਰ ਲਏਗਾ ਨਾ, ਕਹਿਣਾ ਮੰਨ ਲਏਗਾ, ਦਿਨ ਰਾਤ ਕਲਿਆਣ ਹੋ ਜਾਏਗਾ। ਲਹਿ ਪਰਮ ਗਤ ਜੀਓ, ਅਤੇ ਸੁਪਰੀਮ ਸਟੇਟ ਆਫ ਮਾਈਂਡ ਤੂੰ ਓਬਟੇਨ ਕਰ ਲਏਗਾ, ਪ੍ਰਾਪਤ ਕਰ ਲਏਗਾ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਨੇ, ਮਾਨ ਆਗਿਆ ਸਰਬ ਸੁਖ ਪਾਏ, ਦੁੱਖਾਂ ਠਾਓ ਗਵਾਇਓ। ਜੇ ਗੁਰੂ ਦੀ ਆਗਿਆ ਮੰਨ ਲਈ ਜਾਏ ਤੇ ਸਾਰੇ ਸੁੱਖ ਮਿਲ ਜਾਂਦੇ ਹਨ। ਦੁੱਖਾਂ ਦਾ ਠਾਂ, ਜਗ੍ਹਾ, ਡੇਰਾ ਹੀ ਨਹੀਂ ਰਹਿੰਦਾ। ਤੇ ਇਸ ਨਾਲ ਹੁੰਦਾ ਕੀ ਹੈ,
ਸਾਡੇ ਨਾ ਮੰਨਣ ਦੇ ਨਾਲ ਕੀ ਸੱਚ ਬਦਲ ਜਾਏਗਾ? ਸੱਚ ਸੱਚ ਹੀ ਰਹੇਗਾ, ਸੱਚ ਬਦਲਦਾ ਨਹੀਂ ਹੈ। ਅਸੀਂ ਮੰਨੀਏ ਨਾ ਮੰਨੀਏ, ਅਸੀਂ ਕਹਿੰਦੇ ਰਹੀਏ ਸੂਰਜ ਨਹੀਂ ਹੈ, ਆਸਮਾਨ ਨਹੀਂ ਹੈ, ਸਾਡੇ ਵਾਸਤੇ ਨਹੀਂ ਹੋਏਗਾ। ਤੱਥ ਤੱਥ ਹੀ ਰਹਿੰਦੇ ਹਨ, ਸੱਚ ਦੇ ਉੱਤੇ ਫਰਕ ਨਹੀਂ ਪੈਂਦਾ। 100 ਝੂਠੇ ਮਿਲ ਕੇ ਵੀ ਕਹਿਣ ਕਿ ਇਹ ਸੱਚ ਝੂਠ ਹੈ ਤੇ ਉਹ ਸੱਚ ਝੂਠ ਨਹੀਂ ਹੋ ਜਾਏਗਾ। ਤੇ ਜ਼ਿਆਦਾਤਰ 100 ਦੇ 100 ਸੱਚ ਕਹਿਣ ਕਿ ਇਹ ਸੱਚ ਹੈ ਤੇ ਉਹਦੇ ਨਾਲ ਸੱਚ ਕੋਈ ਵੱਡਾ ਨਹੀਂ ਹੋ ਜਾਏਗਾ। ਸੱਚ ਨੇ ਸੱਚ ਹੀ ਰਹਿਣਾ। ਸੋ ਅਸੀਂ ਅਗਰ ਨਹੀਂ ਮੰਨਣਾ ਚਾਹੁੰਦੇ ਤੇ ਸਾਨੂੰ ਕੋਈ ਮਨਾ ਨਹੀਂ ਸਕਦਾ, ਭਾਵੇਂ 20 ਹਨ ਚਾਹੇ 20,000 ਹਨ। ਤੇ ਜੇ ਅਸੀਂ ਮੰਨਣਾ ਹੈ ਤੇ ਸਾਨੂੰ ਸਾਹਮਣੇ ਦਿਸ ਰਿਹਾ। ਸੋ ਸਹੀ ਗੱਲ ਜਿਹੜੀ ਹੈ ਸਾਹਮਣੇ ਸਾਨੂੰ ਦਿਸ ਰਹੀ ਹੈ, ਤੱਥ ਹੈ, ਤੇ ਮੰਨ ਲੈਣਾ ਚਾਹੀਦਾ ਹੈ। ਇਸ ਵਿੱਚ ਸਾਡਾ ਹੀ ਫਾਇਦਾ ਹੈ, ਕੋਈ ਨੁਕਸਾਨ ਨਹੀਂ ਹੈ, ਨਫਾ ਹੀ ਨਫਾ ਹੈ। ਸੋ ਮੇਰੇ ਮਨਾ, ਮੰਨ ਲਿਆ ਕਰ, ਨਾ ਜ਼ਿੱਦ ਕਰਿਆ ਕਰ, ਸੱਚ ਨੂੰ ਸੱਚ ਮੰਨ ਲਿਆ ਕਰ। ਬ੍ਰਹਮਾ ਹੂੰ ਕੋ ਕਹਿਓ ਨਾ ਮਾਨੈ, ਇਸ ਸ਼੍ਰੇਣੀ ਵਿੱਚ ਨਾ ਆਇਆ ਕਰ ਕਿ ਵੱਡੇ ਤੋਂ ਵੱਡਾ ਵੀ ਸਮਝਾਏ ਤੇ ਨਹੀਂ ਮੰਨਣਾ। ਨਹੀਂ, ਮੰਨ ਲਿਆ ਕਰ।